ਸਾਹਿਬ ਜੀ। ਸਾਧ ਸੰਗਤ, ਅੱਜ ਦਾ ਇਹ ਪਾਵਨ ਸ਼ਬਦ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਵਾਰ ਹੈ। ਜੈਤਸਰੀ ਰਾਗ ਦੇ ਅੰਦਰ ਤੇ ਆਪ ਜੀ ਬਾਣੀ ਪੜ੍ਹਨ ਵਾਲੇ ਗੁਰਮੁਖ ਬੈਠੇ, ਆਪ ਜੀ ਨੂੰ ਪਤਾ ਹੈ ਕਿ ਜੋ ਵਾਰਾਂ ਹਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 22 ਵਾਰਾਂ, ਉਹਨਾਂ 22 ਵਾਰਾਂ ਦੇ ਵਿੱਚੋਂ 2 ਵਾਰਾਂ ਨੂੰ ਛੱਡ ਕੇ ਬਾਕੀ ਵਾਰਾਂ ਦੇ ਨਾਲ ਸ਼ਲੋਕ ਦਰਜ ਹਨ। ਤੇ ਜ਼ਿਆਦਾਤਰ ਵਾਰਾਂ ਜਿਹੜੀਆਂ ਹਨ ਸਾਧ ਸੰਗਤ, ਉਹਨਾਂ ਦੇ ਵਿੱਚ ਜੋ ਸ਼ਲੋਕ ਹਨ ਉਹ ਕਿਸੇ ਵੀ ਸਤਿਗੁਰੂ ਦੇ ਹੋ ਸਕਦੇ ਆ, ਤੀਸਰੇ ਪਾਤਸ਼ਾਹ ਜੀ ਦੇ ਵੀ ਹੋ ਸਕਦੇ ਆ, ਦੂਸਰੇ ਪਾਤਸ਼ਾਹ ਜੀ ਦੇ ਵੀ ਤੇ ਪਹਿਲੇ ਪਾਤਸ਼ਾਹ ਜੀ ਦੇ ਵੀ ਹੋ ਸਕਦੇ। ਪਰ ਵਾਰ ਦੀਆਂ ਜਿਹੜੀਆਂ ਪੌੜੀਆਂ ਹਨ ਉਹ ਜਿਸ ਸਤਿਗੁਰਾਂ ਨੇ ਉਹ ਵਾਰ ਉਚਾਰਨ ਕੀਤੀ ਹੈ ਉਸੇ ਹੀ ਸਤਿਗੁਰਾਂ ਦੀਆਂ ਪੌੜੀਆਂ ਹੁੰਦੀਆਂ। ਆਸਾ ਜੀ ਕੀ ਵਾਰ ਆਪ ਜੀ ਨੇ ਸਰਵਣ ਕੀਤੀ ਹੈ। ਇਸ ਵਾਰ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਦੇ ਵੀ ਸ਼ਲੋਕ ਹਨ ਤੇ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਵੀ ਸ਼ਲੋਕ ਹਨ। ਪਰਿਵਾਰ ਦੀਆਂ ਜਿੰਨੀਆਂ ਵੀ ਪੌੜੀਆਂ ਹਨ ਸਾਰੀਆਂ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੀਆਂ ਹਨ। ਇਸੇ ਪ੍ਰਕਾਰ 2 ਵਾਰਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਹਨ ਜਿਨ੍ਹਾਂ ਦੇ ਨਾਲ ਸ਼ਲੋਕ ਨਹੀਂ ਦਰਜ। ਇੱਕ ਹੈ ਬਸੰਤ ਕੀ ਵਾਰ ਮਹੱਲਾ 5ਵਾਂ, ਇੱਕ ਹੈ ਟਿੱਕੇ ਦੀ ਵਾਰ ਜਿਹਨੂੰ ਕਿਹਾ ਜਾਂਦਾ ਹੈ ਭਾਈ ਸੱਤੇ ਤੇ ਬਲਵੰਡ ਦੀ ਵਾਰ ਰਾਮਕਲੀ ਰਾਗ ਦੇ ਅੰਦਰ। ਇਹਨਾਂ 2 ਵਾਰਾਂ ਦੇ ਨਾਲ ਸ਼ਲੋਕ ਜਿਹੜੇ ਹੈ ਉਹ ਸਤਿਗੁਰਾਂ ਨੇ ਨਹੀਂ ਦਰਜ ਕੀਤੇ, ਸਿਰਫ ਪੌੜੀਆਂ ਹਨ। ਤੇ ਅੱਜ ਦੀ ਜੋ ਪਾਵਨ ਵਾਰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਕਿਉਂਕਿ ਆਰੰਭਤਾ ਦਾ ਸ਼ਬਦ ਹੈ ਤੇ ਸਾਧ ਸੰਗਤ ਇਸ ਵਾਰ ਦੇ ਨਾਲ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਆਪਣੇ ਸ਼ਲੋਕ ਦਰਜ ਹਨ। ਇਸ ਕਰਕੇ ਸਤਿਗੁਰਾਂ ਨੇ ਸਿਰਫ ਸ਼ਬਦ ਸ਼ਲੋਕ ਵਰਤਿਆ, ਨਹੀਂ ਤੇ ਜ਼ਿਆਦਾਤਰ ਸ਼ਲੋਕ ਮਹੱਲਾ 3 ਜਾਂ ਸ਼ਲੋਕ ਮਹੱਲਾ 2 ਜਾਂ ਪਹਿਲਾ ਇਸ ਪ੍ਰਕਾਰ ਆਉਂਦਾ ਹੈ। ਪਰ ਇੱਥੇ ਸਤਿਗੁਰਾਂ ਨੇ ਸਿਰਫ ਸ਼ਲੋਕ ਸ਼ਬਦ ਵਰਤੇ। ਕਿਉਂਕਿ ਸ਼ਲੋਕ ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਹਨ। ਸਤਿਗੁਰਾਂ ਨੇ ਸਰਲੇਖ ਵਰਤਿਆ ਹੈ ਜੈਤਸਰੀ ਮਹੱਲਾ 5ਵਾਂ, ਰਾਗ ਜੈਤਸਰੀ ਹੈ, ਮਹੱਲਾ 5ਵਾਂ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਹੈ ਪਾਵਨ ਸ਼ਬਦ, ਪਾਵਨ ਵਾਰ ਸ਼ਲੋਕਾਂ ਨਾਲ ਵਾਰ ਹੈ ਤੇ ਨਾਲ ਇਹਦੇ ਸ਼ਲੋਕ ਦਰਜ ਹਨ ਜੋ ਗੁਰੂ ਅਰਜਨ ਦੇਵ ਮਹਾਰਾਜ ਦੇ ਆਪਣੇ ਸ਼ਲੋਕ ਹਨ। ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਇੱਕ ਓੰਕਾਰ ਸਤਿਗੁਰ ਪ੍ਰਸਾਦ, ਛੋਟਾ ਮੰਗਲਾਚਰਨ ਸਤਿਗੁਰਾਂ ਨੇ ਉਚਾਰਨ ਕੀਤਾ ਹੈ। ਇਸ ਧਰਤੀ ਦੇ ਉੱਤੇ ਸਾਧ ਸੰਗਤ ਇਹ ਮੰਨਿਆ ਜਾਂਦਾ ਸੀ ਕਿ 3 ਪ੍ਰਕਾਰ ਦੇ ਦੇਵਤੇ ਸੰਸਾਰ ਨੂੰ ਚਲਾਉਂਦੇ ਆ। ਇੱਕ ਪੈਦਾ ਕਰਦਾ ਹੈ ਬ੍ਰਹਮਾ, ਦੂਸਰਾ ਪਾਲਣ ਪੋਸ਼ਣ ਕਰਦਾ ਹੈ ਵਿਸ਼ਨੂੰ ਤੇ ਤੀਸਰਾ ਲਾਇਤਾ ਕਰਦਾ ਹੈ, ਮਾਰਦਾ ਹੈ ਸ਼ਿਵ ਜੀ। ਪਰ ਸਤਿਗੁਰਾਂ ਨੇ ਕਿਹਾ ਹੈ ਕਿ ਇੱਕ ਓੰਕਾਰ, ਉਹ ਪਰਿਪੂਰਨ ਪਰਮਾਤਮਾ ਹੀ ਸਾਰਾ ਕੁਝ ਕਰਨਹਾਰ ਹੈ। ਉਹੀ ਮਨੁੱਖ ਦੀ ਪਾਲਣਾ ਕਰਦਾ ਹੈ, ਉਹੀ ਜਨਮ ਦਾ ਰੱਖਿਅਕ ਹੈ, ਉਹੀ ਜਨਮ ਦਿੰਦਾ ਤੇ ਉਹੀ ਮੌਤ ਵੇਲੇ ਜਿਹੜਾ ਹੈ ਸਾਧ ਸੰਗਤ ਤੋਂ ਲਾਇਤਾ ਕਰਦਾ ਹੈ, ਮਾਰਦਾ ਹੈ। ਉਹ ਵਾਹਿਗੁਰੂ ਪਰਿਪੂਰਨ ਹੈ, ਹਰ ਜਗ੍ਹਾ ਮੌਜੂਦ ਹੈ। ਸੰਸਾਰ ਜੋ ਹੈ ਉਸ ਅਕਾਲ ਪੁਰਖ ਦੇ ਵਿੱਚੋਂ ਹੀ ਨਿਕਲਿਆ ਹੋਇਆ ਹੈ। ਤੇ ਐਸੇ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਕੀ ਯਤਨ ਕਰਨਾ ਪਵੇਗਾ? ਤੇ ਸਤਿਗੁਰੂ ਜੀ ਕਹਿੰਦੇ ਗੁਰਸਿੱਖਾ ਇਹ ਗੱਲ ਯਾਦ ਰੱਖ, ਵਾਰ-ਵਾਰ ਤੈਨੂੰ ਸਮਝਾਉਂਦੇ ਆ ਕਿ ਸਤਿਗੁਰ ਪ੍ਰਸਾਦ, ਕਿ ਸਤਿਗੁਰੂ ਦੀ ਕਿਰਪਾ ਦਾ ਪਾਤਰ ਬਣ ਜਾ। ਗੁਰੂ ਦੇ ਕੋਲ ਆਇਆ ਕਰ, ਬੰਦਗੀ ਕਰ, ਸਿਮਰਨ ਕਰ ਤੇ ਤੈਨੂੰ ਉਸ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਏਗੀ ਜਦੋਂ ਗੁਰੂ ਨੇ ਕਿਰਪਾ ਕੀਤੀ। ਪ੍ਰਸਾਦ ਦਾ ਅਰਥ ਕਿਰਪਾ ਹੁੰਦੀ ਹੈ। ਗੁਰੂ ਨੇ ਤੇਰੇ ਉੱਤੇ ਰਹਿਮਤ ਕੀਤੀ, ਉਹ ਪਰਿਪੂਰਨ ਪਰਮਾਤਮਾ ਜਿਹੜਾ ਕਿਸੇ ਦੀ ਪਕੜ 'ਚ ਨਹੀਂ ਆਉਂਦਾ, ਇਹਨਾਂ 5 ਗਿਆਨ ਇੰਦਰੀਆਂ ਤੋਂ ਪਰੇ ਹੈ। ਸਤ ਚਿੱਤ ਆਨੰਦ ਜਿਸ ਦਾ ਸਰੂਪ ਹੈ, ਸਤਿਗੁਰੂ ਜੀ ਕਹਿੰਦੇ ਸਮਝ 'ਚ ਆ ਜਾਵੇਗਾ, ਪਕੜ 'ਚ ਆ ਜਾਵੇਗਾ, ਤੇਰੀ ਉਹਦੇ ਨਾਲ ਬਣ ਆਵੇਗੀ। ਆਪਣੇ ਗੁਰੂ ਦਾ ਪੱਲਾ ਪਕੜ ਲਾ, ਉਹਦੀ ਰਹਿਮਤ ਜਦੋਂ ਉਹਦੀ ਕਿਰਪਾ ਵਰਸੀ ਤੇਰੇ ਉੱਤੇ ਤੇ ਤੇਰੀ ਉਸ ਵਾਹਿਗੁਰੂ ਨਾਲ ਸਾਂਝ ਪੈ ਜਾਵੇ। ਸਤਿਗੁਰੂ ਬਖਸ਼ਿਸ਼ ਕਰਦੇ ਨੇ ਸ਼ਲੋਕ ਦੇ ਅੰਦਰ
आद पूर्ण मद पूर्ण अंत पूर्ण परमेश्वर है। साध संगत बड़ा अज गूढ़ विशा है। उस वाहिगुरु अकाल पुरख बारे सतगुरां ने दसना कीता है। मारे कहते आद तो भाव जदों समा ते स्थान भी नहीं सन। आ संसार सारा समय ते स्थान दे नाल है। एक समा है जो हुण चल रहा ते एक स्थान है जिस जगह ते आप जी बैठे हो। इहदे अनुसार आपां गल करते हैं। जदों किसी ने दसना होवे उदों आपां यही गल करते हैं फलाने फलाने समय इत्थे आपां मिलांगे, इस जगह ते मिलांगे। जगह ते स्थान की गल आपां हमेशा करते हैं। पर सतगुरां ने इत्थे आद शब्द वरतिया। आद का अर्थ इत्थे साध संगत ये नहीं आपां करना कि वह आरंभता नहीं। ਉਹ ਆਰੰਭਤਾ ਉਸ ਤੋਂ ਵੀ ਪਹਿਲਾਂ ਜਦੋਂ ਕੁਛ ਵੀ ਨਹੀਂ ਸੀ, ਨਾ ਸਮਾਂ ਸੀ ਨਾ ਸਥਾਨ ਸੀ, ਕੁਛ ਵੀ ਨਹੀਂ ਸੀ। ਜਿੱਥੇ ਸਤਿਗੁਰਾਂ ਨੇ ਸ਼ਬਦ ਵਰਤੇ ਅਰਬਦ ਨਰਬਦ ਧੁੰਦੂ ਕਾਰਾ, ਧਰਨ ਨਾ ਗਗਨ ਨਾ ਹੁਕਮਾ ਪਾਰਾ, ਨਾ ਦਿਨ ਰੈਣ ਨਾ ਚੰਦ ਨਾ ਸੂਰਜ। ਸਤਿਗੁਰ ਕਹਿੰਦੇ ਕੁਛ ਵੀ ਨਹੀਂ ਸੀ ਉਸ ਜਗ੍ਹਾ ਦੇ ਉੱਤੇ। ਉਦੋਂ ਆਦ ਪੂਰਨ, ਉਦੋਂ ਵੀ ਉਹ ਪੂਰਨ ਸੀ ਵਾਹਿਗੁਰੂ। ਉਦੋਂ ਵੀ ਉਹ ਅਕਾਲ ਪੁਰਖ पूर्ण सी, वो करता पूर्ण सी। फिर मद, मद जदों संसार उसने बना दिता, जदों समा ते स्थान होने विच आ गए, उदों भी मद दे विच भी साडा शरीर दा मद ना समझ लेना कि शायद असी जन्म लिया ते साडा जदों शरीर जिहड़ा आ वो जवान हो गया ते शायद मद आ गया। नहीं, सतगुरां ने उस मद की गल कीती है जदों ये संसार बनिया। उस तो बाद जो समा चलता है, सतगुरु कहते उदों भी वो पूर्ण सी। पूर्ण सर्व कला समर्थ सी, क्योंकि संसार की हर वस्तु निकली ही उहदे विचों, ये पदार्थ निकलिया ही उहदे विचों। आद पूर्ण मद पूर्ण अंत पूर्ण परमेश्वर है। अंत आ जदों सृष्टि का अंत हो जाएगा, जदों पसारा समेटिया जाएगा, उदों भी पूर्ण होवेगा वो परमेश्वर वाहिगुरु अकाल पुरख। समझिए साध संगत विस्तार दे नाल। सतगुरां ने कहा आद पूर्ण मद पूर्ण अंत पूर्ण परमेश्वर है। वो वाहिगुरु जो है, अकाल पुरख जो है, सतगुरु जी बख्शिश करते अज के पावन शब्द के अंदर। महाराज कहते वो हर वेले पूर्ण है, कदी घटदा नहीं है। सतगुरां ने बख्शिश की। धन गुरु गोबिंद सिंह महाराज कहते आ ना बाद है ना घाट है, ना बाद घाट होत है। सारे संसार एक जोत पसरी हुई है, ये ना घटदी है ना वधदी है, ना घटदी वधदी। बेशक साडे शरीर के अंदर भी उस वाहिगुरू की एक जोत है। ये ना समझना साध संगत जदों बच्चे सा तो वो जोत छोटी सी, हौली हौली वड्डे होए तो वड्डी हो गई जां घटनी शुरू हो गई शरीर के नाल। नहीं, वो जोत घटदी नहीं है। एक रस व्यापक है सब दे अंदर, हर एक दे अंदर, संसार की सारी कायनात के अंदर वो परमेश्वर वाहिगुरू मौजूद है। आ तो लैके मद तक ते मद तो लैके अंत तक पूर्ण है। साडे शरीर का जदों आद होया, आरंभता हुई, उदों भी वाहिगुरू पूर्ण सी, उदों भी सी वो। ते जदों असी मद विच आए तां भी वो है। ते जदों साडे शरीर का अंत होया, नाश होया, असी चले जावांगे, पर वो परिपूर्ण परमेश्वर वाहिगुरू सदीवी होंद वाला रहेगा ही रहेगा। वो रहेगा अकाल पुरख। क्यों? क्योंकि सृष्टि की रचना ही उहदे विचों हुई है। आ पदार्थ सिरजे ही उहदे विचों गया है। संसार निकलिया ही उस वाहिगुरू तो है। सतगुरां ने कहा दुई कुदरत साजिए कर आसन डिठो चाओ। कुदरत साजी है उस वाहिगुरू ने। ये सारी कायनात के अंदर वो बैठा है तो देख रहा है तमाशे। सतगुरां ने बख्शिश की। मारे कहते आ कई बार सवाल मन च पैदा हो जाता है कि ये खेड वाहिगुरू ने क्यों रची है, काहदे वास्ते सानू पैदा किया है, क्यों ये सारा कुछ करता है। तो सतगुरां ने शब्द वरत्या पिता का जन्म कै जाने पूत। सतगुरु कहते इस पासे ना चल तू गुरसिखा। कई धार्मिक ग्रंथ साध संगत इस पासे नू चले। उन्हें क्या अंत लभ लीए, शायद आद लभ लीए, जिथों पैदा होया परमेश्वर वाहिगुरू लभ लीए। ਲੱਭਣਾ शुरू कर दिता तो अपनियां अपनियां एक स्टोरियां बना के संसार के अगे रख दित्तियां।
ਆਪਣੀ ਆਪਣੀ, ਜਿਹੜੀਆਂ ਇੱਕ ਦੂਜੇ ਦੇ ਨਾਲ ਮੇਲ ਵੀ ਨਹੀਂ ਖਾਂਦੀਆਂ ਤੇ ਅਜੋਕੀ ਸਾਇੰਸ ਦੇ ਨਾਲ ਮੇਲ ਵੀ ਨਹੀਂ ਖਾਂਦੀਆਂ। ਬਾਈਬਲ ਜਦੋਂ ਤੁਸੀਂ ਪੜ੍ਹੋਗੇ, ਬਾਈਬਲ ਓਲਡ ਟੈਸਟਾਮੈਂਟ, ਉਹਦੇ ਵਿੱਚ ਸਾਧ ਸੰਗਤ ਆਰੰਭਤਾ ਤੇ ਲਿਖਿਆ ਹੈ ਕਿ ਉਸ ਰੱਬ ਨੇ, ਉਸ ਵਾਹਿਗੁਰੂ ਨੇ ਜਦੋਂ ਇਸ ਸ੍ਰਿਸ਼ਟੀ ਨੂੰ ਸਾਜਿਆ, ਉਹ ਕਹਿੰਦੇ 7 ਦਿਨਾਂ ਦੇ ਵਿੱਚ ਸਾਜਿਆ, 7 ਦਿਨਾਂ ਦੇ ਵਿੱਚ। ਤੇ ਫਿਰ ਉਸ ਤੋਂ ਬਾਅਦ 7ਵੇਂ ਦਿਨ ਉਸ ਵਾਹਿਗੁਰੂ ਨੇ ਆਰਾਮ ਕੀਤਾ ਹੈ। ਯਹੋਵਾ ਸ਼ਬਦ ਉਹਨਾਂ ਵਰਤਿਆ ਉਹਨਾਂ, ਕਿਉਂਕਿ ਸਾਧ ਸੰਗਤ ਇਹ ਜਿਹੜੇ ਈਸਾਈ ਮਤ ਹੈ, ਇਹਦੇ ਤੋਂ ਅੱਗੇ ਵੀ ਜਾ ਕਰਕੇ ਸਾਧ ਸੰਗਤ ਇਹ ਯਹੂਦੀ ਮਤ ਨਾਲ ਰਲ ਜਾਂਦਾ ਹੈ। ਤੇ ਓਲਡ ਟੈਸਟਾਮੈਂਟ ਯਹੂਦੀ ਮਤ ਦਾ ਗ੍ਰੰਥ ਹੈ। ਉਹ ਕਹਿੰਦੇ ਕਿ ਯਹੋਵਾ, ਯਹੋਵਾ ਸ਼ਬਦ ਵਰਤਦੇ ਵਾਹਿਗੁਰੂ ਵਾਸਤੇ। ਕਹਿੰਦੇ ਜਦੋਂ ਉਹਨੇ ਸ੍ਰਿਸ਼ਟੀ ਰਚਨਾ ਕੀਤੀ, ਉਹਨੇ ਉਸ ਵਾਹਿਗੁਰੂ ਦੀ ਜਿਹੜਾ ਸਾਧ ਸੰਗਤ ਆਤਮਾ ਸੀ, ਕਹਿੰਦੇ ਪਾਣੀ ਦੇ ਉੱਪਰ ਘੁੰਮ ਰਹੀ ਸੀ, ਉਹਨੇ ਫਿਰ ਇੱਕਦਮ ਸ੍ਰਿਸ਼ਟੀ ਦੀ ਰਚਨਾ ਕਰ ਦਿੱਤੀ ਆ। ਉਹ ਬਣਾ ਦਿੱਤਾ, ਆਕਾਸ਼ ਬਣਾ ਦਿੱਤਾ, ਤਾਰੇ ਬਣਾਏ, ਦਿਨ ਰਾਤ ਬਣਾਇਆ। ਅਖੀਰ ਫਿਰ ਉਸ ਵਾਹਿਗੁਰੂ ਨੇ ਅੰਤਲੇ ਦਿਨ 7ਵੇਂ ਦਿਨ ਆਰਾਮ ਕੀਤਾ। ਇਹ ਇੱਕ ਉਹਨਾਂ ਦੀ ਸਟੋਰੀ ਹੈ, ਉਹਨਾਂ ਦਾ ਇੱਕ ਖਿਆਲ ਹੈ। ਤੇ ਸਾਧ ਸੰਗਤ ਜਦੋਂ ਅਸੀਂ ਆਪਣੇ ਇੱਧਰ ਨਿਗਾਹ ਮਾਰਦੇ ਸਨਾਤਨ ਮਤ ਵੱਲ, ਇੱਧਰ ਵੀ ਇੱਕ ਸਟੋਰੀ ਬਣਾਈ ਗਈ। ਉਹ ਕਹਿੰਦੇ ਜਦੋਂ ਸ੍ਰਿਸ਼ਟੀ ਦੀ ਰਚਨਾ ਹੋਈ, ਸਭ ਤੋਂ ਪਹਿਲਾਂ ਬ੍ਰਹਮਾ ਪ੍ਰਗਟ ਹੋਇਆ। ਉਸ ਵਾਹਿਗੁਰੂ ਨੇ ਉਹਨੂੰ ਕਮਲ ਦੇ ਫੁੱਲ ਦੇ ਉੱਤੇ ਪ੍ਰਗਟ ਕੀਤਾ। ਉਸ ਬ੍ਰਹਮਾ ਨੇ ਫਿਰ ਇਹ ਸਾਰੀ ਸ੍ਰਿਸ਼ਟੀ ਜਿਹੜੀ ਹੈ ਉਹ ਬਣਾਈ ਹੈ, ਮਾਇਆ ਬਣਾਈ, ਫਿਰ ਉਹਦੇ ਨਾਲ ਸ੍ਰਿਸ਼ਟੀ ਬਣਾਈ ਸਾਰੀ ਦੀ ਸਾਰੀ। ਇਹ ਇੱਕ ਸਟੋਰੀ ਇਹਨਾਂ ਨੇ ਘੜ ਲਈ। ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਪੁੱਛਿਆ ਹੈ ਫਿਰ ਕਿ ਤੁਸੀਂ ਦੱਸੋ ਸ੍ਰਿਸ਼ਟੀ ਦੀ ਰਚਨਾ ਕਿਵੇਂ ਹੋਈ। ਗੁਰੂ ਨਾਨਕ ਸਾਹਿਬ ਜੀ ਨੇ ਬੜਾ ਸੁੰਦਰ ਉੱਤਰ ਦਿੱਤਾ। ਆਪ ਜੀ ਜਪਜੀ ਸਾਹਿਬ ਪੜ੍ਹਦੇ ਹੋ, ਸਤਿਗੁਰਾਂ ਨੇ ਕਿਹਾ, ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹੁ ਨਾ ਹੋਈ, ਜਾ ਕਰਤਾ ਸ੍ਰਿਸ਼ਟੀ ਕੋ ਸਾਜੇ, ਆਪੇ ਜਾਣੈ ਸੋਈ। ਸਤਿਗੁਰ ਕਹਿੰਦੇ ਕੋਈ ਨਹੀਂ ਜਾਣ ਸਕਦਾ, ਜਿੰਨੇ ਬਣਾਈ ਹੈ ਉਹੀ ਜਾਣਦਾ ਹੈ ਕਿ ਉਹਨੇ ਇਹ ਸੰਸਾਰ ਜਿਹੜਾ ਰਚਿਆ, ਕਦੋਂ ਰਚਿਆ, ਉਹਨੂੰ ਪਤਾ ਹੈ। ਤੇ ਸਾਧ ਸੰਗਤ ਸਾਇੰਸ ਇਸ ਗੱਲ ਨੂੰ ਅੱਜ ਵੀ ਮੰਨਦੀ ਹੈ ਕਿ ਇਹ ਕੋਈ ਰਚਨਾ ਜਿਹੜੀ ਹੈ ਇੱਕ ਵਾਰ ਦੀ ਨਹੀਂ ਹੈ। ਪਤਾ ਨਹੀਂ ਕਿੰਨੀ ਕੁ ਵਾਰੀ ਇਸ ਧਰਤੀ ਤੇ, ਇਸ ਸ੍ਰਿਸ਼ਟੀ ਦੇ ਉੱਤੇ ਇਹ ਸਾਰਾ ਕੁਝ ਬਣਿਆ ਤੇ ਕਿੰਨੇ ਕੁ ਵਾਰੀ ਨਾਸ਼ ਹੋਇਆ। ਇਸ ਗੱਲ ਨੂੰ ਸਾਇੰਸ ਮੰਨਦੀ ਕਿ ਬਹੁਤ ਵਾਰੀ ਇਹ ਵਿਨਾਸ਼ ਵੀ ਹੋਈ ਹੈ ਤੇ ਬਹੁਤ ਵਾਰੀ ਦੁਬਾਰਾ ਉਤਪੰਨ, ਦੁਬਾਰਾ ਵੀ ਬਣੀ ਹੈ। ਬੜੇ ਖੋਜ ਕਰਤਾ ਇਸ ਗੱਲ ਵੱਲ ਧਿਆਨ ਦਿੰਦੇ ਆ। ਰਾਓ ਵਿਚਾਰ, ਸਤਿਗੁਰੂ ਕਹਿੰਦੇ ਆ ਇਹ ਤੇਰੀ ਸਮਝ ਦੀਆਂ ਗੱਲਾਂ ਨਹੀਂ। ਕਿਉਂ? ਕਿਉਂਕਿ ਪਿਤਾ ਕਾ ਜਨਮ ਕੈ ਜਾਣੈ ਪੂਤ। ਤੂੰ ਇਸ ਗੱਲ ਨੂੰ ਸਮਝ ਨਹੀਂ ਸਕਦਾ, ਤੂੰ ਨਹੀਂ ਸਮਝ ਸਕਦਾ ਕਿਉਂ ਬਣੀ, ਕਿਵੇਂ ਬਣੀ। ਸਤਿਗੁਰੂ ਸੱਚੇ ਪਾਤਸ਼ਾਹ ਨੂੰ ਪੁੱਛੀਏ, ਮਹਾਰਾਜ ਫਿਰ ਕਾਰਨ ਕੀ ਸੀ ਬਣਾਉਣ ਦਾ? ਤੇ ਮਹਾਰਾਜ ਨੇ ਉਹ ਵੀ ਕਾਰਨ ਦੱਸਿਆ ਹੈ ਗੁਰਬਾਣੀ ਦੇ ਅੰਦਰ। ਸਤਿਗੁਰ ਕਹਿੰਦੇ, ਬੱਬੈ ਬਾਜੀ ਖੇਲਣ ਲਾਗਾ, ਚੌਪੜ ਕੀਤੇ 4 ਜੁਗਾ। ਆ ਸੰਸਾਰ ਬਣਾਇਆ 4 ਜੁਗਾਂ ਵਾਲਾ। 4 ਜੁਗਾਂ ਤੋਂ ਭਾਵ ਆ ਸਮੁੱਚੀ ਕਾਇਨਾਤ, ਸਾਰਾ ਕੁਝ ਜੋ ਉਹਨੇ ਬਣਾਇਆ, ਆ ਸਮਾਂ ਪੀਰੀਅਡ ਜੋ ਵੀ ਹੈ। ਸਤਿਗੁਰ ਕਹਿੰਦੇ ਇਹਨੂੰ ਇਹ ਨਾ ਸਮਝਣਾ ਉਹਨੇ ਕਿਸੇ ਕਾਰਨ ਕਰਕੇ ਬਣਾਈ ਹੈ। ਅਸੀਂ ਸਾਰੇ ਉਸ ਵਾਹਿਗੁਰੂ ਦੇ ਸਾਜੇ ਹੋਈਆਂ ਕਠਪੁਤਲੀਆਂ ਹੈ ਤੇ ਉਹ ਸਾਡੇ ਨਾਲ ਇਹ ਬੱਬੈ ਬਾਜੀ ਖੇਲਣ ਲੱਗਾ। ਚੌਪੜ ਦੇ ਖੇਡ ਹੁੰਦੀ ਹੈ ਨਾ ਸਾਧ ਸੰਗਤ, ਸ਼ਤਰੰਜ ਕਹਿ ਲਓ ਜਿਵੇਂ, ਤੇ ਉਹ ਖੇਡਣ ਵਾਲਾ ਆਪਣੀ ਮਰਜ਼ੀ ਦੇ ਨਾਲ ਚੱਲਦਾ ਹੈ। ਇਸੇ ਪ੍ਰਕਾਰ ਸਤਿਗੁਰੂ ਕਹਿੰਦੇ ਉਹਨੇ ਸਾਨੂੰ ਸਾਜਿਆ ਹੀ ਇਸੇ ਵਾਸਤੇ ਹੈ ਕਿ ਤੁਸੀਂ, ਮੈਂ ਤੁਹਾਨੂੰ ਖਿਡਾ ਰਿਹਾ ਤੇ ਤੁਸੀਂ ਖੇਡੋ। ਇਹ ਉਸ ਵਾਹਿਗੁਰੂ ਦੀ ਕਲਾ ਹੈ। ਤੇ ਇਹਦੇ ਵਿੱਚ ਸਾਧ ਸੰਗਤ ਅਸੀਂ ਸਾਰੇ ਇੱਕ ਹਿਸਾਬ ਦੇ ਖਿਡਾਰੀ ਹਾਂ। ਤੇ ਜਿਹੜਾ ਨਾਮ ਜਪ ਕੇ ਬੰਦਗੀ ਕਰਕੇ ਜਿੱਤ ਕੇ ਉਸਦੇ ਦਰ ਤੇ ਪ੍ਰਵਾਨ ਹੋ ਜਾਂਦਾ ਹੈ, ਉਹ ਤੇ ਸਫਲ ਹੋ ਜਾਂਦਾ ਹੈ। ਤੇ ਜਿਹੜਾ ਇਸ ਜੀਵਨ ਦੀ ਬਾਜੀ ਹਾਰ ਜਾਂਦਾ ਵਿਕਾਰਾਂ ਦੇ ਵਿੱਚ, ਤੇ ਉਹ ਨਾਸ਼ ਹੋ ਜਾਂਦਾ ਹੈ, ਖਤਮ ਹੋ ਜਾਂਦਾ। ਫੇਰ ਗੇੜ ਦੁਬਾਰਾ ਪੈ ਜਾਂਦਾ, ਫੇਰ ਖੇਡਣਾ ਪੈਂਦਾ ਇਹਨੂੰ। ਸਤਿਗੁਰੂ ਕਹਿੰਦੇ ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਗੁਰਸਿੱਖੋ, ਇਹ ਸੰਸਾਰ ਜਿਹੜਾ ਬਣਾਇਆ ਹੈ, ਇਹ ਸ੍ਰਿਸ਼ਟੀ ਦੀ ਰਚਨਾ ਜਿਹੜੀ ਬਣੀ ਹੈ, ਇਸ ਤੋਂ ਪਹਿਲਾਂ ਵੀ ਵਾਹਿਗੁਰੂ ਸੱਚਾ ਸੀ। ਤੇ ਸਤਿਗੁਰੂ ਜੀ ਕਹਿੰਦੇ ਆ ਮੱਧ, ਜਦੋਂ ਉਹਨੇ ਬਣਾ ਦਿੱਤੀ ਉਸ ਤੋਂ ਬਾਅਦ ਵੀ ਉਹ ਸੱਚਾ ਹੈ। ਤੇ ਜਦੋਂ ਉਹ ਨਾਸ਼ ਕਰੇਗਾ ਉਦੋਂ ਵੀ ਉਹ ਸੱਚਾ ਹੋਵੇਗਾ। ਇਹ ਨਹੀਂ ਕਿ ਪਦਾਰਥ ਖਤਮ ਹੋ ਜਾਏਗਾ, ਮੈਟਰ ਖਤਮ ਹੋ ਜਾਏਗਾ ਤੇ ਸ਼ਾਇਦ ਵਾਹਿਗੁਰੂ ਵੀ ਖਤਮ ਹੋ ਜਾਏਗਾ। ਨਹੀਂ,
ਇਹ ਸਾਰਾ ਦਿਖਦਾ ਪਸਾਰਾ ਜਿਹੜਾ ਹੈ ਉਸ ਅਣਦਿਖਦੇ ਦੇ ਵਿੱਚ ਸਮਾ ਜਾਏਗਾ, ਆਕਾਰ ਨਿਰੰਕਾਰ ਦੇ ਵਿੱਚ ਸਮਾ ਜਾਏਗਾ। ਸਤਿਗੁਰਾਂ ਨੇ ਸ਼ਬਦ ਸਰਗੁਣ ਤੇ ਨਿਰਗੁਣ ਵਰਤੇ ਆ ਗੁਰਬਾਣੀ ਦੇ ਅੰਦਰ। ਸਰਗੁਣ ਗੁਰਾਂ ਦੇ ਸਹਿਤ ਜੋ ਅਸੀਂ ਆ ਦੇਖਦੇ ਹਾਂ, ਨਿਰਗੁਣ ਜਿਹਦੇ ਵਿੱਚ ਕੋਈ ਹਲਚਲ ਨਹੀਂ ਹੈ, ਨਿਰਗੁਣ। ਪਰ ਸਤਿਗੁਰਾਂ ਨੇ ਕਿਹਾ ਹੈ ਇੱਕ ਹੀ ਉਹ ਹੈ ਇੱਕੋ ਹੀ ਆ। ਨਿਰਗੁਣ ਸਰਗੁਣ ਏਕ ਸਤਿਗੁਰਾਂ ਨੇ ਸ਼ਬਦ ਵਰਤੇ ਕਿ ਨਿਰਗੁਣ ਤੇ ਸਰਗੁਣ ਉਹ ਵਾਹਿਗੁਰੂ ਇੱਕ ਹੀ ਹੈ। ਤੇ ਸਤਿਗੁਰੂ ਜੀ ਕਹਿੰਦੇ ਆ ਭਾਈ ਉਹ ਸਰਬ ਕਲਾ ਸਮਰੱਥ ਹੈ ਤੇ ਪਦਾਰਥ ਮੈਟਰ ਸਾਰਾ ਕੁਝ ਸੰਸਾਰ ਖਤਮ ਹੋ ਜਾਏਗਾ ਤੇ ਆ ਸਾਰਾ ਕੁਝ ਨਾਸ਼ ਹੋਣ ਤੋਂ ਬਾਅਦ ਫਿਰ ਉਸ ਇੱਕ ਦੇ ਵਿੱਚ ਹੀ ਸਮਾ ਜਾਏਗਾ। ਉਸ ਇੱਕ ਦੇ ਵਿੱਚੋਂ ਜਿੱਥੋਂ ਨਿਕਲਿਆ ਸੀ ਉਹਦੇ ਵਿੱਚ ਹੀ ਇਹ ਸਾਰਾ ਕੁਝ ਸਮਾ ਜਾਏਗਾ। ਤੇ ਸਤਿਗੁਰੂ ਕਹਿੰਦੇ ਆ ਫਿਰ ਕੀਤਾ ਕੀ ਜਾਵੇ, ਤੁਹਾਡੇ ਵਾਸਤੇ ਕੀ ਉਪਦੇਸ਼ ਹੈ? ਮਹਾਰਾਜ ਸਾਨੂੰ ਦੱਸੋ ਸਾਡੇ ਵਾਸਤੇ ਕੀ ਉਪਦੇਸ਼ ਹੈ? ਸਤਿਗੁਰੂ ਕਹਿੰਦੇ ਤੁਹਾਡੇ ਵਾਸਤੇ ਉਪਦੇਸ਼ ਇਹ ਹੈ ਗੁਰਸਿੱਖੋ, ਇਸ ਝਗੜੇ 'ਚ ਨਾ ਪਾਓ ਕਿ ਉਹ ਵਾਹਿਗੁਰੂ ਕਦੋਂ ਤੋਂ ਹੈ ਤੇ ਕਦੋਂ ਤੱਕ ਰਹੇਗਾ, ਇਸ ਗੱਲ ਵੱਲ ਨਾ ਜਾਓ। ਫਿਰ ਮਹਾਰਾਜ ਕੀ ਕਰੀਏ? ਸਿਮਰੰਤ ਸੰਤ ਸਰਬੱਤਰ ਰਮਣੰ ਨਾਨਕ ਅਗ ਨਾਸਣ ਜਗਦੀਸ਼ਰ ਹੈ। ਆਹ ਗੱਲ ਪਕੜ 'ਚ ਲੈ ਲਓ। ਸਿਮਰੋ ਉਹਨੂੰ। ਕਿਵੇਂ? ਸਿਮਰੰਤ ਸੰਤ। ਸਤਿਗੁਰ ਕਹਿੰਦੇ ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ ਸੰਤ ਬਣ ਜਾਂਦੇ। ਜਿਨ੍ਹਾਂ ਨੂੰ ਸਮਝ ਆ ਜਾਂਦੀ ਕਿ ਮੇਰੇ ਵੱਸ ਦੀ ਗੱਲ ਕੋਈ ਨਹੀਂ ਹੈ, ਆ ਸਮਝਣਾ ਸੌਖਾ ਕਿਤੇ ਸਾਧ ਸੰਗਤ ਪਰਮੇਸ਼ਰ ਵਾਹਿਗੁਰੂ ਨੂੰ। ਔਰ ਨਾਸਤਿਕਤਾ ਸੰਸਾਰ 'ਚ ਕਾਹਦੇ ਵਾਸਤੇ ਹੈ? ਇਸੇ ਵਾਸਤੇ ਹੈ ਕਿਉਂਕਿ ਸਾਡੇ ਕੋਲੋਂ ਸਮਝਿਆ ਨਹੀਂ ਜਾਂਦਾ ਤੇ ਅਸੀਂ ਆਪਣੇ ਦਿਮਾਗ ਦੇ ਤਲ ਦੇ ਉੱਤੇ ਕੁਝ ਐਸੇ ਖਿਆਲ ਬਣਾ ਲੈਂਦੇ ਆ ਕਿ ਅਸੀਂ ਕਹਿ ਦਿੰਦੇ ਆ ਕਿ ਹੈ ਹੀ ਕੁਛ ਨਹੀਂ, ਰੱਬ ਹੈ ਹੀ ਨਹੀਂ। ਨਾਸਤਿਕਤਾ ਇੱਥੋਂ ਬਣਦੀ। ਜਿਹੜੀ ਗੱਲ ਮੇਰੀ ਸਮਝ 'ਚ ਮੇਰੀ ਪਕੜ 'ਚ ਨਹੀਂ ਆਈ ਉਹ ਗੱਲ ਹੈ ਹੀ ਨਹੀਂ, ਉਹ ਹੈ ਹੀ ਨਹੀਂ। ਨਕਾਰ ਦਿੰਦਾ ਹੈ ਮਨੁੱਖ। ਕਿਉਂ? ਕਿਉਂਕਿ ਸੋਝੀ ਉਸ ਵਾਹਿਗੁਰੂ ਨੇ ਦਿੱਤੀ ਹੈ, ਇਹਨੂੰ ਇਸ ਪਾਸੇ ਲਾਉਣਾ ਸੀ। ਕਿਹੜੇ ਪਾਸੇ? ਸਿਮਰੰਤ ਸੰਤ, ਗੁਰਮੁਖ ਬਣ ਕੇ ਸਿਮਰਨਾ ਸੀ। ਸਤਿਗੁਰੂ ਕਹਿੰਦੇ ਜਿਹੜੇ ਸਮਝ ਲੈਂਦੇ ਆ ਕਿ ਤੇਰੇ ਵੱਸ ਦੀ ਗੱਲ ਨਹੀਂ ਆ, ਉਹ ਵਾਹਿਗੁਰੂ ਨੇ ਜੋ ਬਣਾਇਆ ਹੈ, ਕੋਈ ਚੰਗਾ ਬਣਾਤਾ, ਕੋਈ ਮਾੜਾ ਪਦਾਰਥ, ਕਿਸੇ ਕੋ ਧਨ ਪਦਾਰਥ ਵੱਧ ਦੇਤਾ, ਕਿਸੇ ਨੂੰ ਘੱਟ ਦੇਤਾ, ਕਿਸੇ ਦੇ ਕਰਮ ਚੰਗੇ ਕਰਤੇ, ਕਿਸੇ ਦੇ ਮਾੜੇ ਕਰਤੇ, ਇਹਨਾਂ ਖਿਆਲਾਂ ਵੱਲ ਨਾ ਜਾ ਗੁਰਸਿੱਖਾ, ਇਸ ਪਾਸੇ ਆ ਸਿਮਰੰਤ ਸੰਤ। ਸਿਮਰ ਉਹਨੂੰ ਸੰਤ ਬਣ ਕੇ, ਗੁਰਮੁਖ ਬਣ ਕੇ, ਉਹਨੂੰ ਜਾਣਨ ਵਾਸਤੇ ਨਾ ਸਿਮਰ, ਉਹਦੇ ਵਿੱਚ ਲੀਨ ਹੋਣ ਵਾਸਤੇ ਸਿਮਰ। ਸਿਮਰੰਤ ਸੰਤ ਸਰਬੱਤਰ ਰਮਣੰ, ਇਹ ਜਾਣ ਕੇ ਸਿਮਰ ਕਿ ਉਹ ਵਾਹਿਗੁਰੂ ਹਰ ਜਗ੍ਹਾ ਦੇ ਉੱਤੇ ਰਮਿਆ ਹੋਇਆ ਹੈ। ਹਰ ਜਗ੍ਹਾ ਜਿੱਥੇ ਵੀ ਬੈਠਾ ਹਾਂ ਮੈਂ, ਜਿੱਥੇ ਵੀ ਜਾਣਾ ਹਾਂ, ਹਰ ਜਗ੍ਹਾ ਦੇ ਉੱਤੇ ਰਮਿਆ ਹੋਇਆ ਹੈ। ਨਾਨਕ ਅਗ ਨਾਸਣ ਜਗਦੀਸ਼ਰ ਹੈ। ਅਗ ਪਾਪ ਨਾਸਣ ਖਤਮ ਕਰਨ ਵਾਲਾ। ਉਹ ਜਗਤ ਦਾ ਈਸ਼ਵਰ ਜਿਹਨੇ ਜਗਤ ਬਣਾਇਆ ਹੈ, ਜੇ ਉਹਦਾ ਸਿਮਰਨ ਕਰੇਗਾ ਗੁਰਸਿੱਖਾ ਤੇਰੇ ਪਾਪ ਨਾਸ਼ ਹੋ ਜਾਣਗੇ। ਤੂੰ ਵਿਕਾਰਾਂ ਤੋਂ ਬਚ ਜਾਵੇਂਗਾ, ਪਾਪਾਂ ਤੋਂ ਬਚ ਜਾਵੇਂਗਾ, ਤੂੰ ਇਸ ਮਾਇਆ ਤੋਂ ਬਚ ਜਾਵੇਂਗਾ। ਪੇਖਣ ਸੁਣਨ ਸੁਣਾਵਣੋ ਮਨ ਮੈਂ ਦ੍ਰਿੜੀਐ ਸਾਚ। ਇਹ ਗੱਲ ਪੱਕੀ ਕਰ ਲਾ ਮਨ ਦੇ ਵਿੱਚ ਕਿ ਉਹ ਪੇਖਣ ਵੇਖਣ ਵਾਲਾ ਵੀ ਹੈ, ਉਹ ਸੁਣਨ ਸੁਣਦਾ ਵੀ ਹੈ, ਉਹ ਸੁਣਾਵਣੋ ਸੁਣਾਉਣ ਵਾਲਾ ਵੀ ਉਹ ਹੈ। ਮਨ ਮੈਂ ਦ੍ਰਿੜੀਐ ਸਾਚ, ਇਸ ਗੱਲ ਨੂੰ ਸੱਚਾ ਕਰਕੇ ਮੰਨ। ਇਹ ਨਾ ਸਮਝ ਕਿ ਵਾਹਿਗੁਰੂ ਨੇ ਕੁਦਰਤ, ਵਾਹਿਗੁਰੂ ਨੇ ਸੰਸਾਰ ਸਾਜ ਦਿੱਤਾ ਤੇ ਸ਼ਾਇਦ ਵੱਖਰਾ ਹੋ ਗਿਆ। ਨਾ, ਕਈਆਂ ਨੇ ਮੰਨ ਲਿਆ ਸਤਵੇਂ ਆਕਾਸ਼ ਦੇ ਵਿੱਚ ਬੈਠ ਗਿਆ, ਕਈਆਂ ਨੇ ਕਹਿ ਦਿੱਤਾ ਬਣਾ ਕੇ ਵੱਖਰਾ ਹੋ ਗਿਆ। ਨਹੀਂ, ਸਤਿਗੁਰ ਕਹਿੰਦੇ ਉਹ ਕਰਤਾ ਪੁਰਖ ਹੈ, ਕਰਤਾ ਬਣਾ ਕੇ ਉਹਦੇ ਵਿੱਚ ਹੀ ਵਿਦਮਾਨ ਹੋ ਗਿਆ, ਉਹਦੇ ਵਿੱਚ ਹੀ ਬੈਠ ਗਿਆ। ਦੋਈ ਕੁਦਰਤ ਸਾਜੀਏ ਘਰ ਆਸਨ ਡਿਠੋ ਚਾਹੇ। ਇਸ ਕਰਕੇ ਉਹ ਵੇਖਦਾ ਵੀ ਹੈ, ਵੇਖਣ ਸੁਣਨ ਸੁਣਦਾ ਵੀ ਹੈ ਸਾਡੀਆਂ ਗੱਲਾਂ, ਆ ਜੋ ਕਰਦੇ ਹਾਂ ਅਸੀਂ। ਇੱਥੋਂ ਤੱਕ ਸਤਿਗੁਰ ਕਹਿੰਦੇ ਇੰਨਾ ਅੰਤਰਜਾਮੀ ਹੈ, ਤੇਰੇ ਗੱਲ ਕਰਨ ਤੋਂ ਪਹਿਲਾਂ ਉਹਨੂੰ ਪਤਾ ਤੇਰੇ ਅੰਦਰ ਚੱਲਦਾ ਕੀ ਪਿਆ। ਵੇਖਣ ਸੁਣਨ ਸੁਣਾਵਣੋ, ਫਿਰ ਸੁਣਾਉਂਦਾ ਹੈ। ਜੇ ਕੋਈ ਭਾਵਨਾ ਨਾਲ ਬੈਠਦਾ ਹੈ ਫਿਰ ਉਹਦੇ ਨਾਲ ਉਹ ਗੱਲਾਂ ਵੀ ਕਰਦਾ ਹੈ। ਆ ਦੇਖੀਏ ਆਪਣੇ ਅੰਤਿਸ਼ਕਰਨ ਦੇ ਅੰਦਰ ਕਿਤੇ ਧਿਆਨ ਮਾਰ ਕੇ ਸਾਧ ਸੰਗਤ ਇਕੱਲੇ ਬੈਠੇ ਹੋਈਏ, ਕਈ ਵਾਰੀ ਸਾਡੇ ਅੰਦਰੋਂ ਆਵਾਜ਼ ਨਿਕਲਦੀ ਹੈ, ਇਹ ਚੰਗਾ ਹੈ, ਇਹ ਮਾੜਾ ਹੈ। ਉਹ ਕੌਣ ਕਰਦਾ ਹੈ? ਕੀ ਹੈ ਉਹ ਸਾਡੇ ਅੰਦਰ ਬੈਠਾ ਹੋਇਆ? ਇਹ ਉਹੀ ਹੈ ਜਿਹੜਾ ਸਾਨੂੰ ਸੁਣਾਉਂਦਾ ਹੈ। ਪੇਖਣ ਸੁਣਨ ਸੁਣਾਵਣੋ, ਸੁਣਾਉਂਦਾ ਹੈ ਸਾਨੂੰ ਗੁਰੂ ਦੇ ਕੋਲ ਬਿਠਾ ਕੇ, ਗੁਰੂ ਦੇ ਦੁਆਰਾ, ਬਾਣੀ ਦੇ ਦੁਆਰਾ ਸੁਣਾਉਂਦਾ ਹੈ ਸਾਨੂੰ। ਮਨ ਮੈਂ ਦ੍ਰਿੜੀਐ ਸਾਚ, ਇਸ ਗੱਲ ਨੂੰ ਦ੍ਰਿੜ ਕਰਕੇ ਮੰਨ ਲਾ, ਸੱਚਾ ਕਰਕੇ ਮੰਨ ਲਾ ਕਿ ਪੂਰ ਰਹਿਓ ਸਰਬੱਤਰ ਮੈਂ, ਨਾਨਕ ਹਰ ਰੰਗ ਰਾਜ। ਉਹ ਪੂਰਨ ਹੈ ਹਰ ਵੇਲੇ। ਪੂਰ ਰਹਿਓ ਸਰਬੱਤਰ ਮੈਂ, ਹਰ ਜਗ੍ਹਾ ਦੇ ਉੱਤੇ, ਇੱਥੇ ਵੀ
सारे ब्रह्मंडां दे विच घट घट मैं हर जू बसै संतन कहो पुकार। सतगुरु कहते हर जगह ते संतां ने पुकार के कह दिता, हर जगह ते वसदा है। दूर जाण दी लोड़ नहीं। ये ना समझी कि गुरुद्वारे दे विच जे गुरु कोल बैठा शायद इत्थे ही गुरु दा आसरा है, इत्थे ही है वो वाहिगुरू बैठा। ना, जे घर दा काम करदा है, जे तू अपनी दुकानदारी करदा है, अपने व्यापार ते चलिया है, तो सतगुरु कहते उत्थे भी बैठा है। हर जगह ते रमिया होया, हर जगह ते है। मन मैं दृढ़िया साज, इस गल नूं सच्चा करके मान लै। मान ले इस गल नूं सच्चा करके कि वह हर जगह ते है। परिपूर्ण परमेश्वर वाहिगुरू अकाल पुरख हर जगह ते है। ते वो सतगुरु सच्चे पातशाह जी ने उदाहरण दी। मारे कहते सगल बनस्मत मैं बैसंतर, सगल दूर मैं किया, ऊच नीच मैं जो समानी, घट घट माधो जीया। सतगुरु कहते इस प्रकार बैठा है। जिवें आ बनस्पति कह लो, आ लकड़ा आदिक ने, इन्हां दे विच अग सानूं दिखदी नहीं है, पर है अग। जदों किते माड़ी जी चुआती बाहरों लावांगे, वो अग पकड़ लेवेगी बनस्पति। इसे प्रकार दुध दे विच घिओ है, दिखदा नहीं है, पर जदों उहनूं रिड़कांगे अपने आप बाहर दिखेगा, अपने आप उपर आ जाएगा। इसे प्रकार उस दिन आप जी ने सरवण किया, पुछया है पीर दस्तगीर ने, महाराज है कित्थे हो? साडे ते जिहड़े होए ने पैगंबर, उन्होंने ने कहा कि 7वें आसमान ते है। ते सतगुरु मैनूं पता लगा सब जगह के उत्ते विद्यमान है। किवें? सतगुरु कहते फिर दुध लैके आ। महाराज कहते देख इहदे विच है कुछ? महाराज कुछ भी नहीं है। सतगुरु कहते ध्यान ना दे, दुध दे विच घिओ है। कहता नहीं दिखता महाराज, वो तो उदों दिखेगा जदों रिड़कांगे। सतगुरु कहते इसे प्रकार विद्यमान हर जगह ते है, पर दिखेगा उदों जदों इस मन नूं टिकावांगे, दही दे वांग टका के, जाग ला के, नाम दा रिड़कना पा के जदों रिड़कांगे तो फिर निकलेगा बाहर, फिर प्राप्ति होएगी। सतगुरु कहते पूरे हो सर्वत्र मैं, हर जगह के उत्ते परिपूर्ण है। सर्वत्र मैं, हर जगह ते। नानक हर रंग राच, उस वाहिगुरू दा रचिया होया रंग है, उस वाहिगुरू दी रचना है। कोई पता नहीं, गुरु गोबिंद सिंह महाराज कहते कोई पता नहीं है कदों उन्हें ये सारा कुछ उसार देना ते कदों ढा देना। जब उदकरख करा कर तारा, प्रजा धरत तब देह अपारा, जब आकरख करत हो कब हो, तुम मैं मिलत दे धर सब हो। सतगुरु कहते जदों वो आकरखण दे विच आया, अपने आप नूं वधाउण दे विच आया, उन्हें सारा कुछ वधा दिता। जब आकरख करा करतारा, उस करतार ने जदों आकर्षण किया, प्रजा धरत तब देह अपारा, देहां बना दित्तियां, आ संसार बना दिता। जब आकर्ख करत हो कब हो, जदों किते उहदे मन 'च एक गल आ गई ना कि मैं पसारा समेटना है, जब आकर्ख करत हो कब हो, तुम मैं मिलत दे धर सब हो। सतगुरु कहते सारा कुछ समेट के बैठ जाएगा एक पासे, सारा कुछ समेट लवेगा। आ देखना संसार साध संगत, उन्हें वाहिगुरू ने ऐसी कृपा, जिस धरती ते असीं वसदे आ ना, पता नहीं किन्ने क पत्थर साडी धरती वल नूं वधदे आ, हर रोज़ पता नहीं किन्ने क वधदे आ, ते आ साडे आसमान दे विच ही फट जांदे आ, टुट के डिग जांदे आ। जे किते कोई ऐसा पत्थर वड्डा सारा विग्यानी कहंदे इस धरती ते डिग पिया, उसे दिन ही इकट्ठी हो जानी, नाश हो जानी, खत्म हो जानी। आ डायनासोर दा अंत आप जी पढ़दे सुनदे होगे किस तरह होया सी। इसे प्रकार साध संगत सतगुरु कहते कोई पता नहीं, जदों उहदा दिल कीता, ये रचना उहदी रची हुई है। नानक हर रंग राज, संसार उन्हें बनाया है, उहदी रचना है। जदों उन्हें खलारा खिलारना सी खिलार दिता, जदों उहदी इच्छा हुई उन्हें इकट्ठा कर लेना, समेट लेना है। इस करके सतगुਰਾਂ ने कहा बाजीगर जैसे बाजी पाई, नाना रूप भेख दिखलाई, सांग उतार थम्यो पासारा, तब एक है एक अंकारा। पुछया है साध संगत, संतोखा साधु निकले है। आप जी नूं पता होएगा साखी संतोख सर दे विचों वो साधु पिछले किते जन्मां तो भगती करदा सी, ते उहदे गुरु ने कहा सी तेरी जिहड़ी है ना इच्छा मुक्ति दी वो गुरु नानक दे कोलों होनी है। ने कहा गुरु नानक कदों होणगे? कलयुग दे विच होणगे। संतोखा साधु फिर उस मट दे विच बैठ गया ते चेलियां नूं कहा मैनूं दब दिओ मिट्टी 'च, कलयुग आएगा आपे बाहर कढ लैणगे ते मैं बख्शिया जाऊँगा। पूरा गुरु आपे कढ लेगा। जदों संतोख सर दी
ਸਾਧ ਸੰਗਤ ਸਤਿਗੁਰਾਂ ਨੇ ਖੁਦਾਈ ਕਰਾਈ ਤੋਂ ਮੱਟ ਨਿਕਲਿਆ। ਮੱਟ ਦੇ ਵਿੱਚ ਸਾਧੂ ਬੈਠਾ ਸੀ, ਕਿਉਂਕਿ ਪ੍ਰਾਣ ਚੜਾ ਕੇ ਬੈਠ ਜਾਂਦੇ ਜੋਗੀ। ਤੇ ਜਦੋਂ ਸਤਿਗੁਰਾਂ ਨੇ ਤੇਲ ਆਦਿਕ ਝੱਸਿਆ, ਜਾਗ ਆਈ। ਉਹਨੇ ਕਿਹਾ ਸਮਾਂ ਕੀ ਚੱਲਦਾ ਹੈ, ਕਲਯੁੱਗ। ਤੇ ਉਹਨੇ ਕਿਹਾ ਗੁਰੂ ਨਾਨਕ ਕੌਣ ਹੈ? ਧੰਨ ਗੁਰੂ ਅਰਜਨ ਦੇਵ ਮਹਾਰਾਜ ਬੈਠੇ ਸਨ ਸਾਹਮਣੇ। ਕਹਿੰਦੇ ਆਓ ਗੁਰੂ ਨਾਨਕ ਸਾਹਿਬ ਦੀ ਪੰਜਵੀਂ ਜੋਤ। ਉਹਨੇ ਫਿਰ ਸਵਾਲ ਕੀਤਾ ਹੈ ਸਾਧ ਸੰਗਤ। ਉਹਨੇ ਕਿਹਾ ਇਸ ਸੰਸਾਰ ਦੇ ਵਿੱਚ ਆ ਕਿੰਨਾ ਕੁਛ ਹੈ। ਕਹਿੰਦਾ ਮੈਂ ਸਤਿਯੁਗ ਦਾ ਬੈਠਾ ਇਸ ਮੱਟ ਦੇ ਵਿੱਚ, ਪਤਾ ਨਹੀਂ ਕਿੰਨਾ ਕੁਛ ਬਣਿਆ, ਕਿੰਨਾ ਕੁਛ ਨਾਸ਼ ਹੋਇਆ। ਇਹ ਮਹਾਰਾਜ ਸਾਰਾ ਕੁਝ ਜਾਂਦਾ ਕਿੱਥੇ ਤੇ ਆਉਂਦਾ ਕਿੱਥੋਂ ਹੈ? ਸਵਾਲ ਸੀ ਉਹਦਾ। ਫਿਰ ਸਤਿਗੁਰਾਂ ਨੇ ਕਿਹਾ ਸੀ ਬਾਜੀਗਰ ਜੈਸੇ ਬਾਜੀ ਪਾਈ। ਮਹਾਰਾਜ ਕਹਿੰਦੇ ਬਾਜੀਗਰ ਆਉਂਦਾ ਹੈ ਨਾ, ਤੇ ਉਹ ਬਾਜੀਗਰ ਆਣ ਕੇ ਬਾਜੀ ਪਾਉਂਦਾ ਹੈ। ਉਹ ਆਪਣਾ ਖਿਲਾਰਾ ਖਿਲਾਰ ਰਹਿੰਦਾ ਸਾਰੇ ਪਾਸੇ। ਪੁਰਾਣੇ ਸਮਿਆਂ 'ਚ ਬਾਜੀਗਰ ਆਉਂਦੇ ਸਨ, ਮੰਜੇ ਟੱਪਦੇ ਸਨ, 2-2 ਮੰਜੇ ਆਦਿਕ ਲਾ ਕੇ। ਤੇ ਉਹ ਸਤਿਗੁਰੂ ਕਹਿੰਦੇ ਕਿ ਉਹ ਖਿਲਾਰਾ ਖਿਲਾਰ ਰਹਿੰਦਾ ਹੈ, ਤਰ੍ਹਾਂ ਤਰ੍ਹਾਂ ਦੀਆਂ ਖੇਡਾਂ ਦਿਖਾਉਂਦਾ ਹੈ। ਪਰ ਜਦੋਂ ਉਹ ਥੱਕ ਜਾਂਦਾ ਹੈ, ਜਦੋਂ ਉਹਨੂੰ ਪਤਾ ਕਿ ਹੁਣ ਧਨ ਰਾਸ਼ੀ ਖਾਣ ਪੀਣ ਜੋਗੀ ਮਾਇਆ ਇਕੱਠੀ ਹੋ ਗਈ ਹੈ, ਫਿਰ ਸਾਰਾ ਕੁਝ ਸਮੇਟ ਕੇ ਤੇ ਇਕੱਠਾ ਕਰਕੇ ਚਲਾ ਜਾਂਦਾ। ਸਤਿਗੁਰੂ ਕਹਿੰਦੇ ਇਹ ਖਿਲਾਰਾ ਵੀ ਇਸੇ ਪ੍ਰਕਾਰ ਹੈ, ਬਾਜੀਗਰ ਦੇ ਵਾਂਗ ਉਹਨੇ ਖਿਲਾਰਿਆ ਹੋਇਆ ਹੈ। ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਸਾਂਗ ਉਤਾਰ ਥੰਮਿਓ ਪਸਾਰਾ। ਮਹਾਰਾਜ ਕਹਿੰਦੇ ਇਹ ਖਿਲਾਰਾ ਉਹਨੇ ਥਾਪਿਆ ਹੋਇਆ ਹੈ, ਖਿਲਾਰਿਆ ਹੋਇਆ ਹੈ। ਸਾਂਗ ਉਤਾਰ ਥੰਮਿਓ ਪਸਾਰਾ ਤਾਂ ਵੇਖੈ ਇੱਕ ਅੰਕਾਰਾ। ਮਹਾਰਾਜ ਕਹਿੰਦੇ ਜਦੋਂ ਉਹਨੇ ਇਹ ਸਵਾਂਗ ਖਤਮ ਕਰ ਦਿੱਤਾ, ਆਪਣਾ ਪਸਾਰਾ ਸਮੇਟਿਆ, ਫਿਰ ਕੌਣ ਰਹਿ ਜਾਏਗਾ? ਇੱਕ ਓੰਕਾਰ, ਫਿਰ ਉਹ ਰਹਿ ਜਾਏਗਾ। ਇਹ ਉਹਦੀ ਰਚਨਾ ਹੈ। ਸਤਿਗੁਰੂ ਕਹਿੰਦੇ ਨਾਨਕ ਹਰ ਰੰਗ ਰਾਚ ਪੌੜੀ, ਹਰ ਏਕ ਨਿਰੰਜਨ ਗਾਈਐ, ਸਭ ਅੰਤਰ ਸੋਈ। ਗੁਰਸਿੱਖੋ ਗਾਓ ਸਾਨੂੰ ਉਸ ਇੱਕ ਨਿਰੰਜਨ ਨੂੰ, ਜਿਹੜਾ ਕਾਲਖ ਤੋਂ ਰਹਿਤ ਹੈ, ਜਿਹੜਾ ਵਿਕਾਰਾਂ ਤੋਂ ਰਹਿਤ ਹੈ, ਜਿਹੜਾ ਸੰਸਾਰ ਦੇ ਵਿੱਚ ਵਿਦਵਾਨ ਵੀ ਹੈ ਪਰ ਸੰਸਾਰ ਦੀ ਮਾਇਆ ਜਿਹਨੂੰ ਨਹੀਂ ਵਿਆਪਦੀ। ਉਹਦੇ ਵਾਸਤੇ ਨਿਰੰਜਨ ਸ਼ਬਦ ਵਰਤਿਆ ਹੈ। ਨਿਰੰਜਨ ਦਾ ਅਰਥ ਹੁੰਦਾ ਹੈ, ਨਿਰ ਦਾ ਅਰਥ ਹੁੰਦਾ ਹੈ ਬਿਨਾ, ਅੰਜਨ ਦਾ ਅਰਥ ਹੁੰਦਾ ਕਾਲਖ ਸੁਰਮਾ। ਅੰਜਨ ਦਾ ਵੈਸੇ ਅਰਥ ਸੁਰਮਾ ਹੁੰਦਾ ਹੈ, ਪਰ ਅਰਥ ਕਰਾਂਗੇ ਕਾਲਖ, ਕਿਉਂਕਿ ਸੁਰਮਾ ਕਾਲਾ ਹੁੰਦਾ ਹੈ। ਸਤਿਗੁਰੂ ਕਹਿੰਦੇ ਆ ਹਰ ਏਕ ਨਿਰੰਜਨ ਗਾਈਐ, ਸਭ ਅੰਤਰ ਸੋਈ। ਜਿਹੜਾ ਸਾਰਿਆਂ ਦੇ ਅੰਦਰ ਹੈ ਉਹਨੂੰ ਗਾਓ ਗੁਰਸਿੱਖੋ। ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ। ਉਹ ਜੋ ਕਰਦਾ ਹੈ ਉਹੀ ਕੁਛ ਸੰਸਾਰ ਤੇ ਹੁੰਦਾ ਹੈ, ਕਿਉਂਕਿ ਕਰਨ ਕਾਰਨ ਸਮਰੱਥ ਹੈ। ਜੋ ਕਰੇ ਸੋ ਹੋਈ। ਖਿਨ ਮੈਂ ਥਾਪ ਉਹ ਥਾਪਦਾ, ਤਿਸ ਬਿਨ ਨਹੀਂ ਕੋਈ। ਇੱਕ ਖਿਣ ਦੇ ਵਿੱਚ ਉਹ ਥਾਪ ਦਿੰਦਾ ਹੈ, ਇੱਕ ਖਿਣ 'ਚ ਨਾਸ਼ ਕਰ ਦਿੰਦਾ ਹੈ। ਖਿਨ ਮੈਂ ਥਾਪ, ਥਾਪਣਾ, ਉਹ ਥਾਪ ਦਾ ਨਾਸ਼ ਕਰਨਾ। ਖਿਨ ਮੈਂ ਥਾਪ ਉਹ ਥਾਪਦਾ। ਉਹਦੇ ਤੋਂ ਬਿਨਾਂ ਮਹਾਰਾਜ ਕੋਈ ਹੋਰ ਹੈ? ਕੋਈ ਦੇਵਤਾ ਸਾਨੂੰ ਥਾਪਦਾ ਹੈ? ਮਹਾਰਾਜ ਕੋਈ ਬਣਾਉਣ ਵਾਲਾ ਕੋਈ ਤੀਸਰਾ ਹੈ? ਸਤਿਗੁਰੂ ਕਹਿੰਦੇ ਨਹੀਂ, ਉਹ ਇੱਕੋ ਹੀ ਹੈ, ਤਿਸ ਬਿਨ ਨਹੀਂ ਕੋਈ। ਉਹਦੇ ਤੋਂ ਬਿਨਾਂ ਕੋਈ ਨਹੀਂ। ਖੰਡ ਆ ਸੰਸਾਰ, ਬ੍ਰਹਿਮੰਡ ਆ ਸਮੁੱਚਾ ਪਸਾਰਾ, ਪਾਤਾਲ ਆ ਧਰਤੀਆਂ ਜਿੰਨੀਆਂ ਵੀ ਹਨ, ਦੀਪ ਆ ਜਿੰਨੇ ਵੀ ਦੀਪ ਹਨ। ਸਤਿਗੁਰ ਕਹਿੰਦੇ ਰਵਿਆ ਸਭ ਲੋਈ। ਆ ਸਾਰੇ ਦੇ ਸਾਰੇ ਸੰਸਾਰ 'ਚ ਗੁਰੂ ਸਿੱਖਾ ਵਾਹਿਗੁਰੂ ਹੈ। ਰਵਿਆ ਸਭ ਲੋਈ, ਲੋਈ ਭਾਵ ਲੁਕਾਈ। ਹਰ ਏਕ ਦੇ ਅੰਦਰ, ਸਾਰੀ ਲੁਕਾਈ ਦੇ ਅੰਦਰ ਵਾਹਿਗੁਰੂ ਹੈ। ਮਹਾਰਾਜ ਕਹਿੰਦੇ ਫਿਰ ਬੁੱਝਣ ਦਾ ਰਸਤਾ ਕੀ ਹੈ? ਕਿੱਥੋਂ ਸੋਝੀ ਮਿਲੇ? ਸਤਿਗੁਰੂ ਕਹਿੰਦੇ ਸੋਝੀ ਕਿੱਥੋਂ ਮਿਲਣੀ ਹੈ ਗੁਰਸਿੱਖਾ? ਜਿਸ ਆਪ ਬੁਝਾਏ ਸੋ ਬੁੱਝ ਸੀ ਨਿਰਮਲ ਜਨ ਸੋਈ। ਜਿਹਨੂੰ ਉਹ ਆਪ ਸਮਰੱਥਾ ਦਿੰਦਾ, ਜਿਹਦੇ ਉੱਤੇ ਆਪ ਕਿਰਪਾ ਕਰਦਾ ਹੈ, ਜਿਸ ਆਪ ਬੁਝਾਏ ਸੋ ਬੁੱਝ ਸੀ, ਉਹੀ ਬੁੱਝਦਾ ਕਿ ਉਹ ਵਾਹਿਗੁਰੂ ਕਿਵੇਂ ਦਾ ਹੈ, ਉਹਦੇ ਨਾਲ ਸਾਂਝ ਕਿਵੇਂ ਪਏ। ਨਿਰਮਲ ਜਨ ਸੋਈ, ਉਹ ਮਨੁੱਖ ਨਿਰਮਲ ਹੋ ਜਾਂਦਾ। ਜਿਹੜਾ ਤੇ ਇਹ ਸਮਝਣ ਵਾਸਤੇ ਤੁਰਦਾ ਹੈ ਸਾਧ ਸੰਗਤ ਕਿ ਉਹਦਾ ਅੰਤ ਪਾ ਲਵਾਂ, ਉਹ ਆਪਣਾ ਅੰਤ ਗਵਾ ਜਾਂਦਾ ਹੈ, ਆਪ ਨਾਸ਼ ਹੋ ਜਾਂਦਾ ਹੈ। ਪਰ ਜਿਹੜਾ ਇਹ ਕਹਿੰਦਾ ਕਿ ਉਹਦੇ ਵਿੱਚ ਮੈਂ ਲੀਨਤਾ ਪ੍ਰਾਪਤ ਕਰ ਲਵਾਂ, ਸਤਿਗੁਰੂ ਕਹਿੰਦੇ ਫਿਰ ਉਹ ਨਿਰਮਲ ਹੋ ਜਾਂਦਾ। ਨਿਰਮਲ ਜਨ ਸੋਈ, ਉਹ ਗੁਰਮੁਖ ਪਿਆਰਾ ਨਿਰਮਲ ਹੋ ਜਾਂਦਾ ਹੈ, ਉਹਦਾ ਜੀਵਨ ਸਵਰ ਜਾਂਦਾ ਹੈ। ਸਤਿਗੁਰੂ ਕਹਿੰਦੇ ਇਹਨਾਂ ਝਗੜਿਆਂ 'ਚੋਂ ਗੁਰਸਿੱਖਾ ਬਾਹਰ ਨਿਕਲ ਕਿ ਉਹ ਕਦੋਂ ਬਣਿਆ, ਕਿਉਂ ਬਣਿਆ ਹੈ, ਇਸ ਗੱਲ ਵੱਲ ਨਾ ਜਾ। ਤੇਰੇ ਵਾਸਤੇ ਇਹੀ ਉਪਦੇਸ਼ ਹੈ ਕਿ ਉਸ ਵਾਹਿਗੁਰੂ ਨੇ ਪਸਾਰਾ ਖਿਲਾਰਿਆ ਹੈ। ਜੇ ਉਹਦੇ ਨਾਲ ਜੁੜਨਾ ਹੈ, ਉਸ ਅਕਾਲ ਪੁਰਖ ਨਾਲ ਜੁੜਨਾ ਹੈ, ਤੇ ਸੰਗਤ ਕਰਿਆ ਕਰ, ਨਾਮ ਜਪਿਆ ਕਰ, ਬੰਦਗੀ ਕਰਿਆ ਕਰ। ਜੀਵਨ ਤੇਰਾ ਸਫਲ ਹੋਏਗਾ, ਨਿਰਮਲ ਹੋ ਜਾਏਗਾ। ਸੋ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਸਮਾਪਤੀ ਹੈ। ਬਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ।
शब्दोता गावो हरि केरा मन जिन्नी वसाया कह ना